ਸ਼ਾਹਨਾਮਾ ਬਾਰੇ ਅੱਗੇ ਆਪਾਂ ਪੜ੍ਹਾਂਗੇ ਇਸ ਦੀ ਸਮੱਗਰੀ ਇਕੱਠੀ ਕਰਨ ਬਾਰੇ। ਜਿਹੜੀਆਂ ਗੱਲਾਂ ਮੈਂ ਕਹਿੰਦਾ ਹਾਂ ਸਾਰਿਆਂ ਨੇ ਕਹੀਆਂ ਹਨ, ਸਾਰਿਆਂ ਨੇ ਹੀ ਬੁੱਧੀ ਦੇ ਬਾਗ ਦੇ ਫਲ ਤੋੜੇ ਹਨ। ਹੋ ਸਕਦਾ ਹੈ ਮੈਂ ਵੀ ਫਲਦਾਰ ਦਰੱਖਤ ਉੱਤੇ ਥਾਂ ਪ੍ਰਾਪਤ ਕਰ ਸਕਾਂ, ਭਾਵੇਂ ਮੇਰੇ ਅੰਦਰ ਦਰੱਖਤ ਉੱਤੇ ਚੜ੍ਹਨ ਦੀ ਓਨੀ ਭਾਵਨਾ ਨਾ ਵੀ ਹੋਵੇ। ਜੇ ਕੋਈ ਚੜ੍ਹਨ ਤੋਂ ਅਸਮਰੱਥ ਖਜੂਰ ਦੇ ਉੱਚੇ ਦਰੱਖਤਾਂ ਦੇ ਹੇਠਾਂ ਹੀ ਬੈਠ ਜਾਵੇ ਤਾਂ ਵੀ ਉਸ ਦੀ ਛਾਂ ਉਸ ਨੂੰ ਦੁੱਖ ਤੋਂ ਬਚਾਵੇਗੀ। ਸ਼ਾਇਦ ਉਸ ਛਾਂਦਾਰ ਸਰੂਦਾਰ ਟਾਹਣੀ ਉੱਤੇ ਪੈਰ ਧਰਨ ਦੀ ਥਾਂ ਬਣਾ ਸਕਾਂ ਅਤੇ ਇਸ ਪ੍ਰਸਿੱਧ ਬਾਦਸ਼ਾਹਨਾਮਾ ਨੂੰ ਰਚ ਕੇ ਇਸ ਸੰਸਾਰ ਵਿੱਚ ਯਾਦਗਾਰ ਬਣਾ ਜਾਵਾਂ। ਤੂੰ ਇਸ ਨੂੰ ਝੂਠ ਅਤੇ ਗਲਪ ਨਾ ਜਾਣ ਅਤੇ ਜ਼ਮਾਨੇ ਦੀ ਚਾਲ ਨੂੰ ਇੱਕ ਸਮਾਨ ਨਾ ਸਮਝ। ਇਹ ਸਭ ਕੁਝ ਵਿੱਚੋਂ ਜੋ ਕੁਝ ਬੁੱਧੀ ਦੇ ਅਨੁਕੂਲ ਹੈ ਉਸ ਤੋਂ ਅੰਤਰੀਵ ਭਾਵ ਅਤੇ ਅਰਥ ਲੱਭਣਗੇ। ਪੁਰਾਣੇ ਸਮੇਂ ਦੀ ਇੱਕ ਪੁਸਤਕ ਸੀ ਜਿਸ ਵਿੱਚ ਬਹੁਤ ਸਾਰੀਆਂ ਕਹਾਣੀਆਂ ਸਨ। ਉਹ ਅੱਗ ਪੂਜ ਮੂਬਦਾ ਕੋਲ ਖਿੰਡੀਆਂ ਪਈਆਂ ਸਨ। ਹਰ ਬੁੱਧੀਮਾਨ ਨੇ ਉਸ ਪੁਸਤਕ ਤੋਂ ਲਾਭ ਪ੍ਰਾਪਤ ਕੀਤਾ ਸੀ। ਇੱਕ ਜ਼ਿਮੀਂਦਾਰ ਖਾਨਦਾਨ ਵਿੱਚੋਂ ਕੋਈ ਪਹਿਲਵਾਨ ਸੀ। ਉਹ ਦਲੇਰ, ਬਜ਼ੁਰਗ, ਅਕਲਮੰਦ ਅਤੇ ਦਾਨੀ ਸੀ। ਉਹ ਪਹਿਲੇ ਸਮੇਂ ਦੀਆਂ ਬੀਤੀਆਂ ਦੀ ਪੜਚੋਲ ਕਰਨ ਵਾਲਾ ਸੀ। ਸੋ ਉਸਨੇ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਮੁੜ ਖੋਜਿਆ ਅਤੇ ਹਰ ਇਲਾਕੇ ਦੇ ਹੰਢੇ ਵਰਤੇ ਮੂਬਦਾਂ ਨੂੰ ਸੱਦਿਆ ਅਤੇ ਉਹਨਾਂ ਕੋਲੋਂ ਇਸ ਪੁਸਤਕ ਲਈ ਸਮੱਗਰੀ ਇਕੱਤਰ ਕੀਤੀ। ਉਸਨੇ ਉਹਨਾਂ ਕੋਲੋਂ ਕਿਆਨੀ ਖਾਨਦਾਨ ਬਾਰੇ ਪੁੱਛਿਆ ਅਤੇ ਪ੍ਰਸਿੱਧ ਅਤੇ ਮੁਬਾਰਕ ਪਹਿਲਵਾਨਾਂ ਦੇ ਬਾਰੇ ਵੀ, ਕਿ ਉਹ ਆਰੰਭ ਵਿੱਚ ਸੰਸਾਰ ਦਾ ਪ੍ਰਬੰਧ ਕਿਵੇਂ ਕਰਦੇ ਸਨ ਅਤੇ ਉਹ ਇਸ ਨੂੰ ਸਾਡੇ ਲਈ ਭੈੜਾ ਕਿਉਂ ਛੱਡ ਗਏ। ਹੋਰ ਉਹਨਾਂ ਦੇ ਸੁਭਾਗੇ ਸਮੇਂ ਕਿਵੇਂ ਮੁੱਕੇ ਅਤੇ ਉਹਨਾਂ ਦੇ ਸਮੇਂ ਕਿਸ ਕਾਰਨ ਭੈੜੇ ਹੋ ਗਏ। ਉਹਨਾਂ ਸਾਰੇ ਮਹਾਨ ਪੁਰਸ਼ਾਂ ਨੇ ਬਾਦਸ਼ਾਹਾਂ ਦੇ ਹਾਲ ਅਤੇ ਸੰਸਾਰ ਦੇ ਹਾਲਾਤ ਉਸ ਨੂੰ ਦੱਸੇ। ਜਦ ਉਸ ਸਰਦਾਰ ਨੇ ਉਹਨਾਂ ਤੋਂ ਸਭ ਗੱਲਾਂ ਸੁਣ ਲਈਆਂ ਤਾਂ ਉਸਨੇ ਇੱਕ ਪ੍ਰਸਿੱਧ ਕਿਤਾਬ ਦੇ ਲਿਖਵਾਉਣ ਦੀ ਨੀਂਹ ਰੱਖੀ ਅਤੇ ਇਹ ਯਾਦਗਾਰ ਇਸ ਤਰ੍ਹਾਂ ਸੰਸਾਰ ਵਿੱਚ ਤਿਆਰ ਹੋਈ ਕਿ ਸਾਰੇ ਛੋਟੇ ਅਤੇ ਵੱਡੇ ਪ੍ਰਸ਼ੰਸਾ ਕਰਦੇ ਹਨ। ਕਵੀ ਦਕੀਕੀ ਬਾਰੇ। ਜਦ ਇਸ ਪੁਸਤਕ ਵਿੱਚੋਂ ਬਹੁਤ ਸਾਰੀਆਂ ਕਹਾਣੀਆਂ ਹਰ ਇੱਕ ਪੜ੍ਹਨ ਵਾਲੇ ਨੂੰ ਸੁਣਾਈਆਂ ਗਈਆਂ ਤਾਂ ਲੋਕਾਂ ਨੇ ਇਹਨਾਂ ਕਹਾਣੀਆਂ ਵਿੱਚ ਬੜੀ ਦਿਲਚਸਪੀ ਲਈ ਅਤੇ ਸਾਰੇ ਬੁੱਧੀਮਾਨਾਂ ਅਤੇ ਸੱਤਵਾਦੀਆਂ ਨੇ ਵੀ ਧਿਆਨ ਦਿੱਤਾ। ਫਿਰ ਇੱਕ ਹੋਰ ਸੁਵਖਤਾ ਅਤੇ ਨੌਜਵਾਨ ਅੱਗੇ ਆਇਆ ਜਿਹੜਾ ਕਿ ਹਸਮੁਖ ਕਵੀ ਅਤੇ ਨੇਕ ਦਿਲ ਸੀ। ਉਸਨੇ ਕਿਹਾ ਕਿ ਮੈਂ ਇਸ ਪੁਸਤਕ ਨੂੰ ਨਜ਼ਮਾਵਾਂਗਾ ਜਿਸ ਤੋਂ ਮਹਿਲ ਵਿੱਚ ਬੈਠੇ ਸਾਰੇ ਆਦਮੀਆਂ ਦਾ ਦਿਲ ਪ੍ਰਸੰਨ ਹੋ ਗਿਆ। ਉਸ ਦੀ ਜਵਾਨੀ ਵਿੱਚ ਇੱਕ ਭੈੜੀ ਆਦਤ ਉਸ ਦੀ ਸਾਥਣ ਬਣ ਗਈ ਅਤੇ ਉਹ ਸਦਾ ਇਸ ਭੈੜੇ ਵਾਦੀ ਦਾ ਸ਼ਿਕਾਰ ਬਣ ਗਿਆ। ਅਚਨਚੇਤੀ ਮੌਤ ਨੇ ਉਸ ਉੱਤੇ ਹੱਲਾ ਕਰ ਦਿੱਤਾ ਅਤੇ ਉਸ ਦੇ ਸਿਰ ਉੱਤੇ ਕਾਲੀ ਟੋਪੀ ਰੱਖ ਦਿੱਤੀ। ਉਸ ਨੇ ਇਸ ਭੈੜੀ ਵਾਦੀ ਕਰਕੇ ਆਪਣੀ ਪਿਆਰੀ ਜਾਨ ਦੇ ਦਿੱਤੀ। ਉਸ ਦਾ ਦਿਲ ਇੱਕ ਦਿਨ ਵੀ ਸੰਸਾਰ ਤੋਂ ਪ੍ਰਸੰਨ ਨਾ ਰਿਹਾ। ਇੱਕ ਲਿਖਤ ਹੀ ਉਸ ਦੇ ਭਾਗ ਫਿਰ ਗਏ ਅਤੇ ਇੱਕ ਭੈੜੇ ਬੰਦੇ ਨੇ ਉਸ ਨੂੰ ਮਾਰ ਦਿੱਤਾ। ਗੁਸ਼ਤਾਸਪ ਤੋਂ ਲੈ ਕੇ ਅਰਜਾਸਪ ਤੱਕ ਉਸ ਨੇ 1000 ਬੈਂਤ ਲਿਖੇ। ਫਿਰ ਉਸ ਦਾ ਸਮਾਂ ਸਮਾਪਤ ਹੋ ਗਿਆ। ਉਹ ਮਰ ਗਿਆ ਅਤੇ ਇਹ ਪੁਸਤਕ ਅਧੂਰੀ ਹੀ ਰਹਿ ਗਈ। ਇਸ ਤਰ੍ਹਾਂ ਉਸ ਦਾ ਜਾਗਦਾ ਨਸੀਬਾ ਸੌਂ ਗਿਆ। ਹੇ ਪਰਮਾਤਮਾ, ਤੂੰ ਉਸ ਦੇ ਪਾਪਾਂ ਦੀ ਉਸ ਨੂੰ ਮੁਆਫ਼ੀ ਦੇ ਅਤੇ ਕਿਆਮਤ ਵਿੱਚ ਉਸ ਦਾ ਦਰਜਾ ਉੱਚਾ ਕਰ। ਇਹ ਆਪਾਂ ਪੜ੍ਹਿਆ ਸੀ ਕਿ ਪੁਸਤਕ ਕਿਵੇਂ ਉਹਦਾ ਜਿਹੜਾ ਮਟੀਰੀਅਲ ਸੀ ਕਿਵੇਂ ਇਕੱਠਾ ਕੀਤਾ ਗਿਆ। ਹੁਣ ਆਪਾਂ ਪੜ੍ਹਾਂਗੇ ਪੁਸਤਕ ਦੀ ਨੀਂਹ ਰੱਖਣ ਅਤੇ ਮਿੱਤਰਾਂ ਦੀ ਸਲਾਹ ਬਾਰੇ। ਤਾਂ ਜੋ ਇਸ ਪੁਸਤਕ ਨੂੰ ਹੱਥਾਂ ਵਿੱਚ ਲਵਾਂ ਅਤੇ ਇਸ ਦੀ ਰਚਨਾ ਆਪਣੀ ਸ਼ੈਲੀ ਵਿੱਚ ਕਰਾਂ, ਇਸ ਬਾਰੇ ਮੈਂ ਹਰ ਇੱਕ ਤੋਂ ਅਣਗਿਣਤ ਵਾਰ ਪੁੱਛਿਆ, ਕਿਉਂਕਿ ਮੈਂ ਸਮੇਂ ਦੀ ਗਰਦਿਸ਼ ਤੋਂ ਡਰਦਾ ਸਾਂ ਕਿ ਸ਼ਾਇਦ ਮੇਰੀ ਉਮਰ ਦਾ ਸਮਾਂ ਵਧੇਰੇ ਬਾਕੀ ਨਾ ਹੋਵੇ ਅਤੇ ਇਹ ਕੰਮ ਕਿਸੇ ਹੋਰ ਦੇ ਸਪੁਰਦ ਕਰਨਾ ਪਵੇ। ਦੂਜੀ ਗੱਲ ਇਹ ਸੀ ਕਿ ਮੇਰਾ ਧਨ ਮੇਰਾ ਵਫ਼ਾਦਾਰ ਨਹੀਂ ਸੀ ਅਤੇ ਮੇਰੀ ਇਸ ਸਾਰੀ ਮਿਹਨਤ ਦਾ ਕੋਈ ਮੁੱਲ ਦੇਣ ਵਾਲਾ ਵੀ ਨਹੀਂ ਸੀ। ਜ਼ਮਾਨਾ ਮੇਰੇ ਪੂਰੀ ਤਰ੍ਹਾਂ ਨਾਲ ਪ੍ਰਤੀਕੂਲ ਸੀ ਅਤੇ ਖੋਜੀਆਂ ਲਈ ਸੰਸਾਰ ਵਿੱਚ ਤੰਗੀ ਸੀ। ਇਸ ਤਰ੍ਹਾਂ ਬਹੁਤ ਸਾਰਾ ਸਮਾਂ ਲੰਘ ਲਿਆ
ਅਤੇ ਆਪਣੀ ਗੱਲ ਗੁਪਤ ਰੱਖੀ। ਮੈਨੂੰ ਕੋਈ ਵੀ ਇਸ ਯੋਗ ਦਿਖਾਈ ਨਾ ਦਿੱਤਾ ਕਿ ਉਹ ਮੇਰੀ ਇਸ ਰਚਨਾ ਵਿੱਚ ਮੇਰਾ ਸਾਥੀ ਬਣਦਾ। ਸੰਸਾਰ ਵਿੱਚ ਸੁੰਦਰ ਰਚਨਾ ਦੀ ਹੋਂਦ ਸਭ ਤੋਂ ਚੰਗੀ ਹੈ, ਜਿਸ ਨੂੰ ਸੁਣ ਕੇ ਛੋਟੇ ਵੱਡੇ ਪ੍ਰਸ਼ੰਸਾ ਕਰਦੇ ਹਨ। ਜੇ ਪਰਮਾਤਮਾ ਦੀ ਬਾਣੀ ਚੰਗੀ ਨਾ ਹੁੰਦੀ ਤਾਂ ਨਬੀ ਹਜ਼ਰਤ ਮੁਹੰਮਦ ਸਾਡੀ ਅਗਵਾਈ ਕਿਵੇਂ ਕਰਦਾ? ਸ਼ਹਿਰ ਵਿੱਚ ਮੇਰਾ ਇੱਕ ਕਿਰਪਾਲੂ ਮਿੱਤਰ ਸੀ। ਤੂੰ ਕਹਿੰਦਾ ਕਿ ਉਹ ਮੇਰਾ ਹੀ ਸਰੀਰ ਸੀ। ਮੈਨੂੰ ਉਸਨੇ ਕਿਹਾ ਕਿ ਤੇਰੀ ਰਾਏ ਠੀਕ ਹੈ ਅਤੇ ਤੇਰਾ ਪੈਰ ਨੇਕੀ ਵੱਲ ਹੀ ਚੱਲ ਰਿਹਾ ਹੈ। ਉਸਨੇ ਕਿਹਾ ਕਿ ਪਹਿਲਵੀ ਵਿੱਚ ਲਿਖੀ ਹੋਈ ਮੈਂ ਆਪਣੀ ਪੁਸਤਕ ਤੈਨੂੰ ਦਿੰਦਾ ਹਾਂ, ਫਿਰ ਸ਼ਾਇਦ ਤੂੰ ਇਸ ਬਾਰੇ ਢਿੱਲ ਨਾ ਕਰੀਂ। ਤੂੰ ਜਵਾਨ ਹੈ ਅਤੇ ਸੁਵੱਖਤਾ ਹੈ। ਤੂੰ ਰਚਨਾ ਕਰਨ ਵਿੱਚ ਵੀ ਮਾਹਿਰ ਹੈ। ਤੂੰ ਬਾਦਸ਼ਾਹਾਂ ਦੀ ਇਸ ਪੁਸਤਕ ਨੂੰ ਮੁੜ ਕੇ ਲਿਖਣ ਵਾਲਾ ਬਣ ਅਤੇ ਇਸ ਤੋਂ ਵੱਡੇ ਆਦਮੀਆਂ ਤੋਂ ਇੱਜ਼ਤ ਪ੍ਰਾਪਤ ਕਰ। ਜਦ ਉਹ ਇਹ ਪੁਸਤਕ ਮੇਰੇ ਕੋਲ ਲੈ ਆਇਆ ਤਾਂ ਮੇਰੀ ਉਦਾਸ ਤਬੀਅਤ ਬੜੀ ਪ੍ਰਸੰਨ ਹੋ ਗਈ। ਹੁਣ ਇਸ ਤੋਂ ਅੱਗੇ ਆਪਾਂ ਪੜ੍ਹਨਾ ਮੁਹੰਮਦ ਦੇ ਪੁੱਤਰ ਅਬੂ ਮਨਸੂਰ ਦੀ ਪ੍ਰਸ਼ੰਸਾ ਵਿੱਚ। ਇਹ ਆਡੀਓ ਤੁਹਾਨੂੰ ਕਿਵੇਂ ਦੀ ਲੱਗੀ? ਲਾਈਕ, ਕਮੈਂਟ ਅਤੇ ਸ਼ੇਅਰ ਕਰ ਦੇਣਾ। ਜੇ ਤੁਸੀਂ ਮੇਰੇ ਚੈਨਲ 'ਤੇ ਫਸਟ ਟਾਈਮ ਹੋ ਤਾਂ ਸਬਸਕ੍ਰਾਈਬ ਕਰ ਲੈਣਾ।